ਸਤਨਾਮ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਗਲ ਦੁਆਰ ਕੋ ਛਾੜ ਕੇ, ਸਗਲ ਦੁਆਰ ਕੋ ਛਾੜ ਕੇ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਬਾਹੇ ਗਹੇ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋਈ ਤਰਿਆ, ਮਿਲੇ ਸੋਈ ਤਰਿਆ, ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋਈ ਤਰਿਆ, ਮੇਰੇ ਮਾਧੋ ਜੀ।
मेरे जी माधो जी, मेरे जी माधो जी। मेरे जी माधो जी, मेरे जी माधो जी। सत संगत मिले सोई तरिया, मिले सोई तरिया। मेरे माधो जी, सत संगत मिले सोई तरिया। मेरे माधो जी। कबीर एक कड़ी आदि घरी, आदि हूँ ते आद। भगतन सेती गोष्ठे, जो कीनो सो लाभ। काहे रे मन चित वह उद्यम, जा आहर हर जियो परिया। सैल पत्थर मह जंत उपाए, ताका रिजक आगे कर धरिया। मेरे माधो जी, सत संगत मिले सो तरिया। गुर प्रसाद परम पद पाया। सूके काष्ट हरिया। बड़ भागी सत संगत पावै, भागहीन भ्रम चोटां खावै। बिन भागा सत संग न लभै, बिन संगत मैल भरीजै जियो। ਦੇ ਮਹਾਵਾਕ ਅਨੁਸਾਰ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਆਪਾਂ ਵੱਡੇ ਭਾਗਾਂ ਵਾਲੇ ਹਾਂ ਜੋ ਦੀਨ ਦੁਨੀਆਂ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਮਾਨ। ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ। ਗੁਰਬਾਣੀ ਕੇ ਬੋਹਿਥ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹਾਂ। ਸੋ ਆਓ ਪਹਿਲਾਂ ਸਾਰੇ ਮਾਈ ਭਾਈ ਰਲ ਮਿਲ ਕੇ ਸਰਬੰਸ ਦਾਨੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਬੁਲੰਦ ਕੀਤੀ ਹੋਈ ਫਤਿਹ ਸਾਰੇ ਆਪਾਂ ਸਾਂਝ ਪਾਈਏ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਮਹਾਨ ਬਖਸ਼ਿਸ਼ ਕੀਤੀ ਹੈ, ਜੋ ਸਤਿਗੁਰੂ ਜੀ ਨੇ ਸੰਗਤਾਂ ਵਿੱਚ ਵਰਤ ਕੇ ਸੰਗਤਾਂ ਨੂੰ ਆਪ ਉਤਸ਼ਾਹ ਉਦਮ ਬਖਸ਼ਿਸ਼ ਕਰਕੇ ਇਹ ਪਾਵਨ ਪਵਿੱਤਰ ਮਹਾਨ ਸਮਾਗਮ ਆਰੰਭੇ ਗਏ ਹਨ। ਸੋ ਜਿਵੇਂ ਆਪਾਂ ਸਾਰੇ ਸਿਆਣੇ ਸੂਝਵਾਨ ਪੜ੍ਹੇ ਲਿਖੇ ਪਤਵੰਤੇ ਸੱਜਣ ਸੰਗਤੀ ਰੂਪ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਹਾਂ। ਸੋ ਇਸ ਬਾਬਤ ਜੋ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਗੁਰਤਾ ਗੱਦੀ ਨੂੰ ਸਮਰਪਿਤ ਇਹ ਸਮਾਗਮ ਆਰੰਭਿਆ ਗਿਆ ਹੈ। ਸੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਜੁੜ ਕਰਕੇ ਸਤਿਗੁਰਾਂ ਦੀ ਵਡਿਆਈ ਬੇਸ਼ੁਮਾਰ ਬੇਅੰਤ ਸੁਆਮੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਕਰ ਸਕੀਏ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੂਜੇ ਪਾਤਸ਼ਾਹ ਜੀ ਦਾ ਜਨਮ, ਉਹਨਾਂ ਦਾ ਜੀਵਨ ਬਰਤਾਂਤ ਆਪਾਂ ਭਲੀ ਪ੍ਰਕਾਰ ਜਾਣੂਕਾਰ ਹਾਂ। ਇੱਥੇ ਟੂਕ ਮਾਤਰ ਆਪਾਂ ਵਿਚਾਰ ਕਰੀਏ ਕਿ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਦੀ ਜਿਹੜੀ ਜੋਤ ਟਿਕਾਉਣ ਵਾਸਤੇ ਸਾਡੇ ਕਲਯੁਗ ਜੀਵਾਂ ਵਾਸਤੇ ਪੂਰਨੇ ਪਾਏ। ਜਦੋਂ ਆਪਾਂ ਵਿਦਵਾਨ ਜਨਾਂ ਦੀਆਂ ਵਿਚਾਰਾਂ ਸਰਵਣ ਕਰੀਏ, ਆਮ ਤੌਰ 'ਤੇ ਉਦਾਹਰਣਾਂ ਦਿੰਦੇ ਹਨ ਕਿ ਜਦੋਂ ਟੀਚਰ ਸਾਹਿਬਾਨ ਬੱਚੇ ਨੂੰ ਪੜ੍ਹਾਉਣਾ ਸ਼ੁਰੂ ਕਰਦੇ ਹਨ ਤਾਂ ਉਹਨਾਂ ਨੂੰ ਊੜੇ ਆੜੇ ਤੋਂ ਗੱਲ ਆਰੰਭ ਕਰਨੀ ਪਵੇਗੀ। ਇਸੇ ਤਰੀਕੇ ਦੇ ਨਾਲ ਉਹਨਾਂ ਨੇ ਕਿਤਨੀਆਂ ਵੱਡੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹੁੰਦੀਆਂ ਹਨ, ਪਰ ਆਰੰਭਤਾ ਅਖੀਰ ਊੜੇ ਆੜੇ ਤੋਂ ਆ ਕੇ ਆਰੰਭ ਕਰਨੀ ਪਵੇਗੀ। ਸੋ ਇਸੇ ਹੀ ਪ੍ਰਥਾਏ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਚੋਣ ਕੀਤੀ, ਉਹਨਾਂ ਦੀ ਪਰਖ ਕੀਤੀ। ਉਸ ਸਤਿਗੁਰਾਂ ਦੀ ਪਾਵਨ ਪਵਿੱਤਰ ਵਿਚਾਰ ਧਾਰਾ ਤੋਂ ਸਾਡੇ ਅੰਦਰ ਕੋਈ ਜਗਿਆਸਾ ਪੈਦਾ ਹੋ ਜਾਵੇ, ਆਪਣੇ ਗੁਰੂ ਨੂੰ ਸਮਰਪਣ ਕਿਵੇਂ ਹੋਣਾ ਹੈ। ਜੋ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੁਕਮ ਮੰਨਿਆ, ਇਹਦੀ ਬਾਬਤ ਆਪਾਂ ਆਪਣੇ ਮਨਾਂ ਦੇ ਨਾਲ ਵਿਚਾਰ ਕਰਨੀ ਹੈ। ਭਾਈ ਅਸੀਂ ਕੋਈ ਬਹੁਤੇ ਵੱਡੇ ਵਿਦਵਾਨ ਨਹੀਂ, ਸੋ ਸੰਗਤਾਂ ਦੇ ਨਾਲ ਰਲ ਮਿਲ ਕੇ ਜੋ ਸਤਿਗੁਰਾਂ ਨੇ ਸਾਡੇ ਵਾਸਤੇ ਪੂਰਨੇ ਪਾਏ, ਪਿਰਤ ਪਾਈ, ਉਹਨੂੰ ਆਪਣੇ ਮਨ ਦੇ ਵਿੱਚ ਮਾੜੀ ਮੋਟੀ ਜਗਿਆਸਾ ਪੈਦਾ ਕਰਨ ਵਾਸਤੇ ਆਪਾਂ ਸਤਿਗੁਰਾਂ ਦੇ ਚਰਨ ਕਮਲਾਂ ਪਾਸ ਜੁੜ ਬੈਠੇ ਹਾਂ। ਹੋਏ ਇਕੱਤਰ ਮਿਲਹੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਹਰ ਨਾਮੈ ਕੇ ਹੋ ਜੋੜੀ, ਗੁਰਮੁਖ ਬੈਠੋ ਸਫਾ ਵਿਛਾਏ। ਸੋ ਆਪਣੀ ਦੋ ਚਿੱਤੀ ਨੂੰ ਦੂਰ ਕਰਨ ਵਾਸਤੇ ਆਪਾਂ ਸਾਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ। ਸੋ ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ। ਇੱਕ ਘੜੀ ਵਿਦਵਾਨਾਂ ਨੇ 24 ਮਿੰਟਾਂ ਦੀ ਮੰਨੀ ਹੈ। ਭਗਤ ਕਬੀਰ ਸਾਹਿਬ ਸਾਨੂੰ ਉਪਦੇਸ਼ ਦਿੰਦੇ ਹਨ ਕਿ ਹੇ ਜੀਵ, ਹੇ ਮਨੁੱਖ, ਅੱਜ ਦੀ ਜੋ ਤਾਦਾਦ ਹੈ ਬਹੁ ਗਿਣਤੀ ਹੈ। ਭਾਈ ਸਾਡੇ ਘਰਾਂ ਦੇ ਕੰਮ ਕਾਰ ਰੁਝੇਵੇਂ ਇਤਨੇ ਹਨ ਕਿ ਜਿਵੇਂ ਸਤਿਗੁਰੂ ਜੀ ਕਹਿੰਦੇ ਹਨ, ਭਾਈ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਛੀਜੈ।
ਉਮਰ ਸਾਡੀ ਬੀਤਦੀ ਜਾਂਦੀ ਹੈ, ਪਰ ਸਤਿਗੁਰੂ ਜੀ ਕਹਿੰਦੇ ਹਨ ਭਗਤ ਕਬੀਰ ਸਾਹਿਬ ਜੀ ਕਿ ਭਾਈ ਅਗਰ 24 ਮਿੰਟਾਂ ਤੇਰੇ ਕੋਲ ਆਪਣੇ 24 ਘੰਟਿਆਂ ਦੇ ਵਿੱਚੋਂ ਨਹੀਂ ਨਿਕਲ ਸਕਦੇ, ਆਦਿ ਹੂੰ ਤੇ ਆਦ 24 ਦਾ ਅੱਧਾ ਹਿੱਸਾ 12 ਮਿੰਟ, 12 ਮਿੰਟ ਦਾ ਅੱਧਾ ਹਿੱਸਾ 6 ਮਿੰਟ ਬਣ ਜਾਂਦੇ ਹਨ। ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ, ਭਗਤਨ ਕਹੀਏ ਬਹੁ ਬਚਨ ਹੈ ਸੰਗਤ ਰੂਪ ਦੇ ਵਿੱਚ ਆ ਕਰਕੇ, ਸੰਗਤ ਵਿੱਚ ਬੈਠ ਕਰਕੇ। ਭਗਤਨ ਸੇਤੀ ਗੋਸ਼ਟ, ਜਦੋਂ ਅਸੀਂ ਸੰਗਤ ਵਿੱਚ ਬੈਠ ਕਰਕੇ ਗੁਰਬਾਣੀ ਦਾ ਪਾਠ ਪੜ੍ਹੀਏ, ਗੁਰਬਾਣੀ ਦਾ ਪਾਠ ਸੁਣੀਏ ਜਾਂ ਗੁਰਬਾਣੀ ਦੀ ਵਿਚਾਰ ਕੀ ਕਰੀਏ, ਭਗਤ ਕਬੀਰ ਸਾਹਿਬ ਕਹਿੰਦੇ ਜੋ ਕੀਨੋ ਸੋ ਲਾਭ। ਸੋ ਇਹਦੇ ਵਿੱਚ ਭਾਈ ਲਾਹਾ ਹੀ ਲਾਹਾ ਹੈ ਜੋ ਸਤਿਗੁਰੂ ਜੀ ਦੇ ਪਾਵਨ ਪਿੱਤਰ ਚਰਨ ਕਮਲਾਂ ਦਰਬਾਰ ਵਿੱਚ ਬੈਠ ਕਰਕੇ ਸਾਡਾ ਸਮਾਂ ਗੁਜ਼ਰਦਾ ਹੈ। ਸੋ ਆਮ ਤੌਰ 'ਤੇ ਇੱਕ ਸਮਾਂ ਪਾਸ ਕਰਨਾ, ਇੱਕ ਸਮੇਂ ਨੂੰ ਸਫਲਾ ਕਰਨਾ, ਇਹਦੇ ਵਿੱਚ ਬਹੁਤ ਅੰਤਰ ਹੈ। ਜਦੋਂ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਖਚਤ ਹੁੰਦੇ ਹਾਂ, ਕੰਮਾਂ ਕਾਰਾਂ ਦੇ ਵਿੱਚ ਲੱਗੇ ਰਹਿੰਦੇ ਹਾਂ, ਤਾਂ ਕਈ ਆਪਾਂ ਦੇਖਦੇ ਹਾਂ ਆਮ ਪਿੰਡਾਂ ਥਾਵਾਂ ਦੇ ਵਿੱਚ ਬਜ਼ੁਰਗ ਸਮਾਂ ਪਾਸ ਕਰਨ ਵਾਸਤੇ ਤਾਸ਼ ਖੇਡਦੇ ਹਨ ਜਾਂ ਚੌਂਤਰਿਆਂ 'ਤੇ ਬੈਠ ਕੇ, ਚੌਂਕਾਂ ਵਿੱਚ ਬੈਠ ਕੇ ਊਲ ਜਲੂਲ ਦੀਆਂ ਗੱਲਾਂ ਕਰਕੇ ਉਹਨਾਂ ਨੂੰ ਪੁੱਛੀਏ ਤਾਂ ਕਹਿੰਦੇ ਭਾਈ ਟਾਈਮ ਪਾਸ ਕਰਨਾ ਹੈ। ਪਰ ਅਗਰ ਉਸੇ ਸਮੇਂ ਨੂੰ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕੇ ਬਤੀਤ ਕੀਤਾ ਜਾਵੇ ਤਾਂ ਫਿਰ ਭਗਤ ਕਬੀਰ ਸਾਹਿਬ ਇਸ ਗੱਲ 'ਤੇ ਮੋਹਰ ਲਾਉਂਦੇ ਹਨ ਭਾਈ ਪਾਵ ਸੁਹਾਵੇ ਜਾਂ ਤਉ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਂ ਤਉ ਜਸ ਗਾਵੈ, ਜੀਉ ਪਿਆ ਤਉ ਸਰਣੀ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਸਾਰੇ ਜਿਹੜੇ ਕਰਮ ਇੰਦਰੇ ਅਤੇ ਗਿਆਨ ਇੰਦਰੇ ਹਨ ਉਹਨਾਂ ਨੂੰ ਵਡਿਆਈ ਦਿੰਦੇ ਹਨ ਕਿ ਭਾਈ ਪੈਰ ਸੁਹਾਵਣੇ ਉਦੋਂ ਬਣ ਜਾਂਦੇ ਹਨ ਜੋ ਧੋ ਧਿਰ ਜੁਲਦੇ, ਭਾਵ ਸੁਹਾਵੇ ਜੋ ਧੋ ਧਿਰ ਜੁਲਦੇ, ਭਾਵ ਜਦੋਂ ਸਾਡੇ ਕਦਮ ਗੁਰੂ ਵੱਲ ਨੂੰ ਤੁਰ ਪੈਂਦੇ ਹਨ ਉਹ ਸੁਹਾਵਣੇ ਬਣ ਜਾਂਦੇ ਹਨ। ਸੀਸ ਸੁਹਾਵਾ ਚਰਨੀ, ਸਤਿਗੁਰਾਂ ਦੇ ਜਦੋਂ ਆਪਾਂ ਨਮਸਕਾਰ ਕਰਦੇ ਹਾਂ ਭਾਈ ਉਦੋਂ ਸਾਡਾ ਸੀਸ ਸੁਹਾਵਣਾ ਹੋ ਜਾਂਦਾ ਹੈ। ਦੂਜੇ ਪਾਸੇ ਸਤਿਗੁਰੂ ਜੀ ਇਹਨਾਂ ਹੀ ਅੰਗਾਂ ਨੂੰ ਤਿਰਕਾਰਯੋਗ ਵੀ ਮੰਨਦੇ ਹਨ ਕਿਉਂਕਿ ਨੈਣ ਨਾ ਦੇਖ ਹੈ ਸਾਧ, ਸੇ ਨੈਣ ਬਿਹਾਲਿਆ, ਕਰਨ ਨਾ ਸੁਨਹੀ ਨਾਦ, ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ ਹਰ ਹਾਂ, ਜਬ ਬਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀਐ। ਸਤਿਗੁਰੂ ਜੀ ਇਹਨਾਂ ਕਰਮ ਇੰਦਰੀਆਂ ਨੂੰ, ਗਿਆਨ ਇੰਦਰੀਆਂ ਨੂੰ ਸਫਲ ਕਿਵੇਂ ਕਰਨਾ ਹੈ ਉਹ ਵੀ ਸਾਨੂੰ ਗੁਰਮਤਿ ਬਖਸ਼ਿਸ਼ ਕਰਦੇ ਹਨ। ਅਗਰ ਆਹ ਕਾਰਜ ਸਾਡੇ ਕਰਮ ਇੰਦਰੇ, ਗਿਆਨ ਇੰਦਰੇ ਭਾਵ ਮਨੁੱਖ ਨਹੀਂ ਕਰਦਾ ਫਿਰ ਸਤਿਗੁਰੂ ਜੀ ਭਾਈ ਉਹਨਾਂ ਨੂੰ ਤਿਰਕਾਰ ਵੀ ਪਾਉਂਦੇ ਹਨ। ਸੋ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਸਾਨੂੰ ਆਪਣੀ ਸਿੱਖਿਆ ਦੇ ਰਾਹੀਂ ਜੋ ਉਪਦੇਸ਼ ਬਖਸ਼ਿਸ਼ ਕਰਦੇ ਹਨ ਭਾਈ ਉਹਨਾਂ ਨੂੰ ਆਪਣੇ ਮਨ ਵਿੱਚ ਵਿਚਾਰਨ ਦਾ ਯਤਨ ਕਰੀਏ। ਭਾਈ ਜੇ ਤੂੰ ਨਾਮ ਨਾ ਜਪੇਂਗੀ ਜੇਬਾ ਮੇਰੀਏ, ਤਿਲ ਤਿਲ ਤੈਨੂੰ ਕੱਟੀਏ, ਜੇ ਤੂੰ ਨਾਮ ਨਾ ਜਪੇਂਗੀ ਜੇਬਾ ਮੇਰੀਏ, ਤਿਲ ਤਿਲ ਤੈਨੂੰ ਕੱਟੀਏ। ਜੇ ਤੂੰ ਨਾਮ ਨਾ ਜਪੇਂਗੀ ਜੇਬਾ, ਨਾ ਜਪੇਂਗੀ ਜੇਬਾ ਮੇਰੀਏ, ਤਿਲ ਤਿਲ ਤੈਨੂੰ ਕੱਟੀਏ, ਜੇ ਤੂੰ ਨਾਮ ਨਾ ਜਪੇਂਗੀ ਜੇਬਾ ਮੇਰੀਏ,
ਤਿਲ ਤਿਲ ਤੈਨੂੰ ਕੱਟੀਏ। ਤਿਲ ਤਿਲ ਜੀ ਤੈਨੂੰ ਕੱਟੀਏ। ਤਿਲ ਤਿਲ ਜੀ ਤੈਨੂੰ ਕੱਟੀਏ। ਜੇ ਤੂੰ ਨਾਮ ਨਾ ਜਪੇਂਗੀ ਜੇਬਾ ਮੇਰੀਏ, ਤਿਲ ਤਿਲ ਤੈਨੂੰ ਕੱਟੀਏ। ਜੇ ਤੂੰ ਨਾਮ ਨਾ ਜਪੇਂਗੀ ਜੇਬਾ ਮੇਰੀਏ, ਤਿਲ ਤਿਲ ਤੈਨੂੰ ਕੱਟੀਏ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀਐ। ਸੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਇਸ ਜੋ ਮਨੁੱਖਾ ਜਨਮ ਦਾ ਪ੍ਰਯੋਜਨ ਹੈ, ਨਿਸ਼ਾਨਾ ਹੈ, ਉਹਦੀ ਬਾਬਤ ਸਾਨੂੰ ਚੰਗੀ ਤਰ੍ਹਾਂ ਗੁਰਬਾਣੀ ਦੇ ਵਿੱਚ ਸਮਝਾਉਣ ਦਾ ਯਤਨ ਕਰਦੇ ਹਨ। ਸੋ ਜਿਸ ਪ੍ਰਥਾਏ ਪ੍ਰਬੰਧਕ ਵੀਰਾਂ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਪ੍ਰਥਾਏ ਉਹਨਾਂ ਦੀ ਗੁਰਤਾ ਗੱਦੀ ਨੂੰ ਸਮਰਪਿਤ ਇਹ ਸਮਾਗਮ ਆਰੰਭੇ ਹਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਸਮੁੱਚਾ ਜੀਵਨ ਜੇ ਆਪਾਂ ਦੁਨਿਆਵੀ ਤੌਰ 'ਤੇ ਲਈਏ ਕਿ ਇੱਕ ਆਮ ਇਨਸਾਨ ਜੋ ਚਾਹੇ ਮਨ ਵਿੱਚ ਅਗਰ ਦ੍ਰਿੜਤਾ ਹੈ, ਪਰਪੱਕਤਾ ਹੈ ਤਾਂ ਕੀ ਨਹੀਂ ਕਰ ਸਕਦਾ। ਇਹਦਾ ਜਿਹੜਾ ਪ੍ਰਮਾਣ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਜੀਵਨ ਤੋਂ ਸਾਨੂੰ ਉੱਪਰ ਕੀ ਮਿਲ ਸਕਦਾ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਜਿਹੜੀ ਆਪਣੀ ਸੇਵਾ ਘਾਲ ਕਮਾਈ ਕਰਕੇ ਤਕਰੀਬਨ 7 ਸਾਲ ਦੇ ਸਮੇਂ ਦੇ ਵਿੱਚ ਜੋ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਹੁਕਮ ਮੰਨਿਆ, ਉਹਦੀ ਬਾਬਤ ਆਪਾਂ ਸਤਿਗੁਰਾਂ ਦਾ ਇਤਿਹਾਸ ਵਾਚੀਏ, ਵਿਚਾਰੀਏ। ਸਿੱਖ ਅਤੇ ਗੁਰੂ ਦਾ ਰਿਸ਼ਤਾ ਕੀ ਹੈ, ਇਹਦੀ ਬਾਬਤ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਜੀਵਨ ਪੜ੍ਹੀਏ ਤਾਂ ਭਾਈ ਸਾਨੂੰ ਸਹਿਜੇ ਹੀ ਪਤਾ ਲੱਗ ਜਾਵੇਗਾ ਸਿੱਖ ਨੂੰ ਗੁਰੂ ਦੇ ਅੱਗੇ ਸਮਰਪਣ ਕਿਵੇਂ ਹੋਣਾ ਹੈ, ਗੁਰੂ ਦੀ ਆਗਿਆ ਨੂੰ ਕਿਸ ਤਰੀਕੇ ਨਾਲ ਮੰਨਣਾ ਹੈ। ਜੋ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਜੀਵਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਚਰਨ ਸ਼ਰਨ ਆਉਣ ਤੋਂ ਪਹਿਲਾਂ ਬਾਬਾ ਲਹਿਣਾ ਜੀ ਕਰਕੇ ਆਪਾਂ ਸਾਰੇ ਜਾਣਦੇ ਹਾਂ ਕਿ ਸਤਿਗੁਰਾਂ ਦਾ ਪਰਿਵਾਰਕ ਨਾਮ ਹੈ ਬਾਬਾ ਲਹਿਣਾ ਜੀ। ਹੁਣ ਬਾਬਾ ਫੇਰੂ ਮੱਲ ਜੀ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ 31 ਮਾਰਚ 5 ਵਿਸਾਖ 1500
4 ਦੇ ਵਿੱਚ ਕਹਿੰਦੇ ਸਤਿਗੁਰਾਂ ਦਾ ਧੰਨ ਗੁਰੂ ਅੰਗਦ ਦੇ ਮਹਾਰਾਜੀਆਂ ਦਾ ਜਨਮ ਹੁੰਦਾ ਹੈ ਮੱਤੇ ਦੀ ਸਰਾਂ ਦੇ ਵਿੱਚ, ਜੋ ਉਸ ਵੇਲੇ ਮੱਤੇ ਦੀ ਸਰਾਂ ਪਿੰਡ ਨੂੰ ਮੁਗਲ ਹਕੂਮਤ ਨੇ ਲੁੱਟ ਖਸੁੱਟ ਕੀਤੀ ਤਾਂ ਉਹ ਪਿੰਡ ਉਜਾੜਿਆ ਗਿਆ। ਇੱਕ ਨਾਗੇ ਸਾਧ ਉਦਾਸੀ ਸਾਧ ਨੇ ਉਸ ਨਗਰ ਨੂੰ ਫਿਰ ਵਸਾਇਆ, ਉਹਨੂੰ ਨਾਗੇ ਦੀ ਸਰਾਂ ਕਿਹਾ ਜਾਂਦਾ ਹੈ। ਸੋ ਹੁਣ ਧੰਨ ਗੁਰੂ ਅੰਗਦ ਦੇ ਮਹਾਰਾਜੀਆਂ ਦੇ ਪਿਤਾ ਬਾਬਾ ਫੇਰੂ ਮੱਲ ਜੀ ਦਾ ਜਿਹੜਾ ਕਾਰ ਵਿਹਾਰ ਕਹਿੰਦੇ ਕਿ ਉਹਨਾਂ ਦੀ ਆਪਣੀ ਇੱਕ ਪਰਚੂਨ ਦੀ ਹੱਟੀ ਹੈ, 10 ਨੋਹਾਂ ਦੀ ਕਰਦੇ ਹਨ ਕਿਰਤ ਕਮਾਈ, ਪਰ ਨਾਲ ਹੀ ਉਹਨਾਂ ਦਾ ਇੱਕ ਧਾਰਮਿਕ ਖਿਆਲ ਵੀ ਹੈ ਕਿ ਜਿਵੇਂ ਇਤਿਹਾਸਕਾਰ ਲਿਖਦੇ ਹਨ ਪ੍ਰੋਫੈਸਰ ਸਾਹਿਬ ਸਿੰਘ ਜੀ ਕਿ ਉਹ ਆਪਣੇ ਸੰਗ ਦੇ ਨਾਲ ਦੇਵੀ ਦੇ ਦਰਸ਼ਨਾਂ ਨੂੰ ਜਾਇਆ ਕਰਦੇ ਸਨ ਜਵਾਲਾਮੁਖੀ ਦੇ। ਸੋ ਇਹ ਗੱਲ ਸਹਿਜੇ ਹੀ ਹੈ ਕਿ ਪਿਤਾ ਪੁਰਖੀ ਕੰਮ ਹੋਵੇ ਤਾਂ ਬੱਚੇ ਵੀ ਉੱਧਰ ਨੂੰ ਰੁਝਾਨ ਕਰਦੇ ਹਨ। ਤਾਂ ਨਾਲ ਜਦੋਂ ਬਾਬਾ ਲਹਿਣਾ ਜੀ ਵੀ ਆਪਣੇ ਪਿਤਾ ਜੀ ਦੇ ਨਾਲ ਸੰਗ ਦੇ ਨਾਲ ਜਾਇਆ ਕਰਦੇ ਸਨ। ਸੋ ਸਮਾਂ ਪਾ ਕਰਕੇ ਕਹਿੰਦੇ ਬਾਬਾ ਫੇਰੂ ਮੱਲ ਜੀ ਅਕਾਲ ਚਲਾਣਾ ਕਰ ਜਾਂਦੇ ਹਨ। ਜਿੱਥੇ ਘਰ ਪਰਿਵਾਰ ਦੀ ਜ਼ਿੰਮੇਵਾਰੀ, ਉੱਥੇ ਜਿਹੜੀ ਇਹ ਧਾਰਮਿਕ ਜ਼ਿੰਮੇਵਾਰੀ ਵੀ ਸੀ ਸੰਘ ਨੂੰ ਹਰੇਕ ਸਾਲ ਜਵਾਲਾਮੁਖੀ ਦੇ ਦਰਸ਼ਨ ਨੂੰ ਲੈ ਕੇ ਜਾਣਾ, ਉਹ ਵੀ ਭਾਈ ਲਹਿਣਾ ਜੀ ਦੇ ਸਿਰ 'ਤੇ ਆਣ ਪਈ। ਸੋ ਗੁਰੂ ਪਿਆਰੀ ਸੰਗਤ ਜੀ, ਇੱਥੋਂ ਆਪਾਂ ਨੇ ਵਿਚਾਰ ਇਹ ਲੈਣੀ ਹੈ ਕਿ ਮਨੁੱਖ ਗੁਰੂ ਤੋਂ ਬਿਨਾਂ ਜਾਂ ਗੁਰੂ ਤੋਂ ਅਧੂਰਾ ਰਹਿ ਕਰਕੇ ਜਿੰਨੇ ਵੀ ਕਰਮ ਕਾਂਡ ਕਰਦਾ ਹੈ, ਕਿਉਂਕਿ ਸਤਿਗੁਰੂ ਜੀ ਦੀ ਧੰਨ ਗੁਰੂ ਅੰਗਦ ਦੇ ਮਹਾਰਾਜ ਦੀ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸੋ ਆਪਾਂ ਵੀ ਦੇਖਦੇ ਹਾਂ ਕਿ ਆਮ ਦੁਨੀਆ 'ਤੇ ਜਦੋਂ ਕੋਈ ਗੁਣੀ ਗਿਆਨੀ ਸੰਤ ਮਹਾਂਪੁਰਖ ਕਿਸੇ ਨੂੰ ਕਹਿਣ ਕਿ ਭਾਈ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰ ਲਵੋ, ਤਾਂ ਕਈ ਵਾਰ ਆਪਾਂ ਸੁਣਿਆ ਹੈ ਕਿ ਅੱਗੋਂ ਜਵਾਬ ਮਿਲਦਾ ਹੈ ਕਿ ਭਾਈ ਅਸੀਂ ਨਾ ਕੋਈ ਮੀਟ ਸ਼ਰਾਬ ਖਾਂਦੇ ਹਾਂ, ਨਾ ਕੋਈ ਭੈੜਾ ਕਰਮ ਕਰਦੇ ਹਾਂ, ਸਾਨੂੰ ਅੰਮ੍ਰਿਤ ਛਕਣ ਦੀ ਲੋੜ ਕੀ ਹੈ। ਸੋ ਇਸ ਪ੍ਰਥਾਏ ਆਪਾਂ ਵਿਚਾਰ ਕਰੀਏ ਕਿ ਅੱਜ ਬਾਬਾ ਲਹਿਣਾ ਜੀ ਦਾ ਜਿਹੜਾ ਕਰਮ ਕਾਂਡ ਹੈ, ਉੱਚਾ ਸੁੱਚਾ ਕਹਿ ਲਵੋ, ਆਪਣੇ ਦਸਵੰਧ ਵਜੋਂ ਬਾਬਾ ਫੇਰੂ ਮੱਲ ਜੀ ਦਾ ਇਹ ਐਲਾਨ ਸੀ ਕਿ ਜਿਹੜਾ ਵੀ ਕੋਈ ਦੇਵੀ ਦੇ ਦਰਸ਼ਨਾਂ ਨੂੰ ਜਾਣਾ ਚਾਹੇ, ਉਹਦੇ ਕੋਲ ਪੈਸਾ ਨਹੀਂ, ਖਰਚੇ ਰਸਤੇ ਦਾ ਖਰਚਾ ਮੈਂ ਕਰਾਂਗਾ, ਉਹ ਕੇਵਲ ਜਾਣ ਨੂੰ ਤਿਆਰ ਹੋ ਜਾਵੇ। ਜਿਵੇਂ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਬੇਸ਼ੁਮਾਰ ਸੰਗਤਾਂ ਜਾਂਦੀਆਂ ਹਨ ਸੰਗ ਬਣਾ ਕੇ ਗੱਡੀਆਂ 'ਤੇ। ਆਪਾਂ ਕਹਿੰਦੇ ਹਾਂ ਕਿ ਭਾਈ ਜੇ ਤੇਰੇ ਕੋਲ ਕਿਰਾਇਆ ਨਹੀਂ ਤਾਂ ਮੈਂ ਤੇਰਾ ਕਿਰਾਇਆ ਭਰ ਦੇਵਾਂਗਾ, ਤੂੰ ਚੱਲ ਸਤਿਗੁਰੂ ਧੰਨ ਗੁਰੂ ਰਾਮਦਾਸ ਦੇ ਦਰ 'ਤੇ। ਸੋ ਕਹਿਣ ਤੋਂ ਭਾਵ ਉਸ ਵਕਤ ਬਾਬਾ ਫੇਰੂ ਮੱਲ ਜੀ ਨੇ ਵੀ ਇਹ ਆਵਾਜ਼ਾ ਦਿੱਤਾ ਕਿ ਭਾਈ ਅਗਰ ਕਿਸੇ ਕੋਲ ਮਾਇਆ ਨਹੀਂ, ਰਸਤੇ ਦਾ ਖਰਚ ਨਹੀਂ, ਤਾਂ ਉਹਦਾ ਖਰਚਾ ਮੈਂ ਉਠਾਵਾਂਗਾ। ਸੋ ਕਹਿਣ ਤੋਂ ਭਾਵ ਹੈ ਸੰਗਤ ਜੀ ਕਿ ਅੱਜ ਦੇ ਸਮੇਂ ਵਿੱਚ ਸਾਡੇ ਸਤਿਗੁਰੂ 10 ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹਾਂ। ਆਪਾਂ ਇਸ ਗੱਲ ਦੀ ਪੜਚੋਲ ਕਰੀਏ ਜੋ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖੰਡੇ ਬਾਟੇ ਦੀ ਪਹੁਲ ਵਾਸਤੇ ਸਾਨੂੰ ਤਾਕੀਦ ਕੀਤੀ ਹੈ। ਇਹ ਤਾਂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਪਣੇ ਜੀਵਨ ਵਿੱਚ ਵੀ ਇਹ ਸਾਨੂੰ ਗੁਰਬਾਣੀ ਦੇ ਰਾਹੀਂ ਉਪਦੇਸ਼ ਦਿੱਤਾ ਕਿ ਭਾਈ ਗੁਰੂ ਤੋਂ ਬਿਨਾਂ ਗਤ ਨਹੀਂ, ਆਮ ਕਹਾਵਤ ਹੈ, ਗੁਰ ਬਿਨ ਗਤ ਨਹੀਂ, ਸ਼ਾਹ ਬਿਨ ਪਤ ਨਹੀਂ। ਸੋ ਇਸ ਕਰਕੇ ਸਤਿਗੁਰੂ ਜੀ ਦਾ ਆਪਾਂ ਨੂੰ ਇਹ ਜਿਹੜਾ ਸਤਿਗੁਰੂ ਜੀ ਦਾ ਪਾਵਨ ਪਿੱਤਰ ਦਿਹਾੜਾ ਗੁਰਤਾ ਗੱਦੀ ਦਾ ਆਪਾਂ ਮਨਾ ਰਹੇ ਹਾਂ, ਇਹਦੇ ਵਿੱਚ ਆਪਾਂ ਵਿਚਾਰ ਕਰਕੇ ਦੇਖਣੀ ਹੈ ਕਿ ਧੰਨ ਗੁਰੂ ਅੰਗਦ ਦੇ ਮਹਾਰਾਜ ਆਪਣੀ ਗੁਰਬਾਣੀ ਦੇ ਵਿੱਚ ਸਾਨੂੰ ਉਪਦੇਸ਼ ਕੀ ਬਖਸ਼ਿਸ਼ ਕਰ ਰਹੇ ਹਨ। ਸੋ ਇਸੇ ਤਰੀਕੇ ਨਾਲ ਹੁਣ ਭਾਈ ਲਹਿਣਾ ਜੀ ਦੇ ਸਿਰ 'ਤੇ ਦੋਨੇ ਜ਼ਿੰਮੇਵਾਰੀਆਂ, ਸੰਸਾਰਕ ਅਤੇ ਧਾਰਮਿਕ ਪੱਖ ਦੀ ਜ਼ਿੰਮੇਵਾਰੀ ਆਣ ਪਈ। ਸੋ ਇਸ ਤਰੀਕੇ ਨਾਲ ਲੰਮੇਰੇ ਸਮੇਂ ਤੱਕ
ਉਹ ਹਰੇਕ ਸਾਲ ਸੰਗ ਲੈ ਕੇ ਜਾਂਦੇ ਹਨ ਜਵਾਲਾਮੁਖੀ ਦੇ, ਪਰ ਜਿਹੜੀ ਮਨ ਵਿੱਚ ਇੱਕ ਤੜਫ ਹੈ, ਇੱਕ ਤਾਂਘ ਹੈ, ਉਹ ਕਿਤੋਂ ਪ੍ਰਾਪਤ ਨਹੀਂ ਹੋ ਰਹੀ। ਸੋ ਸਤਿਗੁਰੂ ਜੀ ਇਸ ਗੱਲ ਦੀ ਗਵਾਹੀ ਦਿੰਦੇ ਹਨ। ਸੋ ਗੁਰੂ ਪਿਆਰੀ ਸੰਗਤ ਜੀ, ਆਪਣੇ ਮਨ ਵਿੱਚ ਇਹ ਇੱਕ ਗੱਲ ਸੋਚ ਕੇ ਦੇਖੀਏ, ਜਿਹੜਾ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਭਾਈ ਲਹਿਣਾ ਜੀ ਦੀ ਚੋਣ ਕਰਨੀ, ਇਹ ਧੁਰ ਦਰਗਾਹ ਤੋਂ ਜੋ ਪ੍ਰਮਾਤਮਾ ਵਾਹਿਗੁਰੂ ਨੇ ਲਿਖਿਆ ਸੀ, ਇਹ ਗੱਲ ਪੱਕੀ ਸੀ ਕਿ ਇਸ ਦੇ ਹੱਕਦਾਰ ਧੰਨ ਬਾਬਾ ਲਹਿਣਾ ਜੀ ਇੱਕ ਦਿਨ ਧੰਨ ਗੁਰੂ ਅੰਗਦ ਦੇ ਮਹਾਰਾਜ ਬਣ ਕੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣਗੇ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਅਸਲੀਅਤ ਇਸੇ ਗੱਲ ਵਿੱਚ ਹੈ ਕਿ ਭਾਈ ਸਾਨੂੰ ਸਮਝਾਉਣ ਵਾਸਤੇ ਕਿ ਗੁਰੂ ਦੇ ਦਰ 'ਤੇ ਪ੍ਰਵਾਨ ਕਿਵੇਂ ਚੜ੍ਹਨਾ ਹੈ, ਇਹਦੀ ਬਾਬਤ ਸਾਡੇ ਸਤਿਗੁਰਾਂ ਨੇ ਪ੍ਰਤੱਖ ਆਪਣੇ ਆਪ ਆਪਣੇ ਸਰੀਰ ਦੇ ਹੰਢਾਇਆ, ਸਾਨੂੰ ਪ੍ਰਤੱਖ ਕਰਕੇ ਇਹ ਗੱਲਾਂ ਦ੍ਰਿੜ ਕਰਾਉਣ ਵਾਸਤੇ ਕਿ ਭਾਈ ਗੁਰੂ ਘਰ ਦੇ ਵਿੱਚ ਕਿਹੜੀ ਚੀਜ਼ ਨੂੰ ਮਹੱਤਤਾ ਦਿੱਤੀ ਜਾਂਦੀ ਹੈ, ਮਹਾਨਤਾ ਕਿਸ ਚੀਜ਼ ਦੀ ਹੈ। ਕੇਵਲ ਤਾਂ ਕੇਵਲ ਗੁਰੂ ਦੀ ਸੇਵਾ, ਉਹ ਵੀ ਹੁਕਮ ਵਿੱਚ ਰਹਿ ਕਰਕੇ। ਸੋ ਇਸੇ ਪ੍ਰਥਾਏ ਧੰਨ ਗੁਰੂ ਅੰਗਦ ਦੇ ਮਹਾਰਾਜਿਆਂ ਦੀ ਚੋਣ ਹੋਈ। ਸੋ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸੋ ਜਦੋਂ ਕਹਿੰਦੇ ਭਾਈ ਪੂਰਬਲੇ ਕਰਮ ਅੰਕੁਰਿਤ ਹੁੰਦੇ ਹਨ, ਉਸ ਵਕਤ ਜਿਵੇਂ ਭਾਈ ਲਹਿਣਾ ਜੀ ਨੂੰ ਭਾਈ ਜੋਧ ਜੀ ਪਾਸੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਪਾਵਨ ਪਿੱਤਰ ਗੁਰਬਾਣੀ ਸਰਵਣ ਕਰਨ ਦਾ ਸਮਾਂ ਮਿਲਿਆ। ਸੋ ਗੁਰੂ ਪਿਆਰੀ ਸੰਗਤ ਜੀ, ਇੱਥੇ ਵੀ ਵਿਚਾਰ ਕਰਨ ਦੀ ਲੋੜ ਹੈ ਕਿ ਇੱਕ ਸ਼ਬਦ ਬਾਬਾ ਲਹਿਣਾ ਜੀ ਨੇ ਭਾਈ ਜੋਧੇ ਕੋਲੋਂ ਸਰਵਣ ਕੀਤਾ, ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ। ਕਿਛ ਕਰਕੇ ਦੇਖੀਏ ਕਿ ਇੱਕ ਓਅੰਕਾਰ ਤੋਂ ਲੈ ਕਰਕੇ 18, 10, 20 ਤੱਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਸਾਡੇ ਕੋਲ ਸੁਭਾਏਮਾਨ ਹੈ, ਗੁਰਤਾ ਗੱਦੀ 'ਤੇ ਬਿਰਾਜਮਾਨ। ਕਿ ਗੁਰੂ ਜੀ ਨੇ ਧੁਰ ਦਰਗਾਹ ਤੋਂ ਡਿਊਟੀ ਲਗਾਈ ਧੰਨ ਗੁਰੂ ਅੰਗਦ ਦੇ ਮਹਾਰਾਜ ਜੀਆਂ ਦੀ। ਸੋ ਸਤਿਗੁਰੂ ਜੀ ਨੇ ਜਦੋਂ ਇਹ ਪਾਵਨ ਪਿੱਤਰ ਗੁਰਬਾਣੀ ਸਰਵਣ ਕੀਤੀ ਤਾਂ ਭਾਈ ਜੋਧ ਜੀ ਨੂੰ ਪੁੱਛਿਆ ਕਿ ਭਾਈ ਗੁਰਮੁਖ ਪਿਆਰਿਆ, ਇਹ ਪਾਵਨ ਪਵਿੱਤਰ ਗੁਰਬਾਣੀ ਕਿਹਦੀ ਹੈ? ਤਾਂ ਭਾਈ ਜੋਧ ਜੀ ਨੇ ਕਿਹਾ ਕਿ ਭਾਈ ਇਸ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੀ ਹੈ ਪਾਵਨ ਪਿੱਤਰ ਗੁਰਬਾਣੀ। ਸੋ ਸਤਿਗੁਰੂ ਜੀ ਦਾ ਐਡਰੈਸ ਪੁੱਛ ਕਰਕੇ ਜਦੋਂ ਸੰਗ ਲੈ ਕਰਕੇ ਜਵਾਲਾਮੁਖੀ ਦੇ ਜਾਣਾ ਸੀ, ਉਧਰਲਾ ਤਾਂ ਖਿਆਲ ਗਿਆ ਭੁੱਲ, ਕਿਉਂਕਿ ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਬੜ ਭਾਗੀ ਪਾਇਆ। ਸੋ ਐਸੇ ਗੁਰੂ ਦੀ ਪੜਚੋਲ ਕਰਨ ਵਾਸਤੇ ਭਾਈ ਅੱਜ ਤਾਂ ਸਾਡੇ ਕੋਲ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਸਤਿਗੁਰੂ ਜੀ ਬਿਰਾਜਮਾਨ ਹਨ। ਪਰ ਅੱਜ ਵੀ ਭੁੱਲੜ ਸਿੱਖ ਆਪਣੇ ਗੁਰੂ ਨੂੰ ਛੱਡ ਕੇ ਮੜੀਆਂ ਮਸਾਣੀਆਂ ਇਰਦ ਗਿਰਦ ਝਾਕਦੇ ਫਿਰਦੇ ਹਨ, ਕਿਉਂਕਿ ਦੂਜੇ 'ਤੇ ਆਸ ਰੱਖੀ ਬੈਠੇ ਹਨ ਨਾ। ਹੁਣ ਸਤਿਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਜਦੋਂ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਸੰਸਾਰ ਵਿੱਚ ਵਿਚਰਦੇ ਹਨ, ਉਹ ਤਾਂ ਦੂਜੇ ਆਸਰੇ ਛੱਡ ਕੇ ਕੇਵਲ ਇੱਕ ਧੰਨ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਦਰ ਘਰ ਦਾ ਸਹਾਰਾ ਤੱਕਣ ਨੂੰ ਫਿਰਦੇ ਹਨ। ਕਿਉਂਕਿ ਦਸਮੇਤ ਪਾਤਸ਼ਾਹ ਸਤਿਗੁਰੂ ਜੀ ਸਾਨੂੰ ਰੋਜ਼ਾਨਾ ਹੀ ਸੰਧਿਆ ਵੇਲੇ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ, ਮਤ ਏਕ ਨ ਮਾਨਿਓ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸੋ ਗੁਰੂ ਪਿਆਰੀ ਸੰਗਤ ਜੀ, ਇਹਨਾਂ ਗੁਰਬਾਣੀ ਦੀਆਂ ਤੁਕਾਂ ਦਾ ਮਤਲਬ ਕੀ ਹੈ? ਸੋ ਅਜੋਕੇ ਸਮੇਂ ਵਿੱਚ ਆਪਾਂ ਦੇਖਦੇ ਹਾਂ ਨਾ
ਕਿ ਆਮ ਤੌਰ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਖੁਸ਼ੀ ਜਾਂ ਗਮੀ ਜਾਂ ਕੇਵਲ ਆਨੰਦ ਕਾਰਜਾਂ ਵਾਸਤੇ ਹੀ ਸਮਝ ਰੱਖਿਆ ਹੈ। ਸੋ ਜਿਹੜੀ ਆਪਣੀ ਨਵੀਂ ਜਨਰੇਸ਼ਨ ਹੈ, ਨਵੀਂ ਪੀੜ੍ਹੀ ਹੈ, ਉਹਨਾਂ ਨੇ ਤਾਂ ਕਦੇ ਹੀ ਜਦੋਂ ਕੋਈ ਉਹਨਾਂ ਦੇ ਪੂਰਬਲੇ ਕਰਮ ਹੋਣਗੇ ਬੱਧਾ ਚੱਟੀ ਤੌਰ 'ਤੇ ਭਾਈ ਕਿ ਹਜ਼ੂਰੀ ਵਿੱਚ ਸਤਿਗੁਰੂ ਜੀ ਦੇ ਜੁੜ ਕੇ ਬੈਠਣਾ ਆਪਾਂ ਆਮ ਤੌਰ 'ਤੇ ਦੇਖਦੇ ਹਾਂ। ਪਰ ਜਿਨ੍ਹਾਂ ਪਰਿਵਾਰਾਂ 'ਤੇ ਸਤਿਗੁਰਾਂ ਦੀ ਅਪਾਰ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਹੈ ਭਾਈ, ਉਹ ਆਪਣਾ ਅੰਮ੍ਰਿਤ ਵੇਲਾ ਵੀ ਸੰਭਾਲਦੇ ਹਨ, ਸੰਧਿਆ ਵੇਲਾ ਵੀ ਸੰਭਾਲਦੇ ਹਨ। ਭਾਵ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਸੰਧਿਆ ਵੇਲੇ ਦੀਆਂ 2 ਬਾਣੀਆਂ ਨੂੰ ਆਪਣੇ ਨਿਤਨੇਮ ਦੇ ਵਿੱਚ ਪੂਰਨ ਤੌਰ 'ਤੇ ਲਾਗੂ ਕਰਦੇ ਹਨ। ਸੋ ਜੋ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਵੀ ਜੀਵਨ ਐਸਾ ਹੈ ਕਿ ਉਹਨਾਂ ਨੇ ਆਪਣਾ ਨਿਯਮ ਬਣਾ ਲਿਆ, ਨਿਤਨੇਮ ਬਣਾ ਲਿਆ ਕਿ ਗੁਰੂ ਤੋਂ ਬਿਨਾਂ ਜਾਂ ਗੁਰੂ ਤੋਂ ਬਿਨਾਂ ਹੋਰ ਕਿਸੇ ਦਰ ਦਾ ਸਹਾਰਾ ਨਹੀਂ ਤੱਕਣਾ। ਸੋ ਸਤਿਗੁਰਾਂ ਦਾ ਐਡਰੈਸ ਪੁੱਛ ਕਰਕੇ ਅੱਜ ਭਾਈ ਲਹਿਣਾ ਜੀ, ਭਾਈ ਜੋਧ ਜੀ ਕੋਲੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਦੀਦਾਰ ਕਰਨ ਵਾਸਤੇ ਆਏ ਹਨ। ਸੋ ਵਿਦਵਾਨ ਲਿਖਦੇ ਹਨ ਕਿ ਭਾਈ ਜਦੋਂ ਭਾਈ ਲਹਿਣਾ ਜੀ ਘੋੜੀ 'ਤੇ ਸਵਾਰ ਹੋ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਬਾਰ ਦੀ ਭਾਲ ਵਿੱਚ ਆਪਣਾ ਆਰੰਭਤਾ ਕਰਦੇ ਹਨ, ਤੋਰਾ ਤੁਰਦੇ ਹਨ, ਤਾਂ ਪੁੱਛਦੇ ਪਛਾਣਦੇ ਕਹਿੰਦੇ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਕੋਲ ਹੀ ਪਹੁੰਚ ਜਾਂਦੇ ਹਨ ਅਤੇ ਉਹਨਾਂ ਨੂੰ ਪੁੱਛਦੇ ਹਨ, ਜੀ ਬਜ਼ੁਰਗੋ, ਮਹਾਂਪੁਰਖੋ, ਮੈਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਬਾਰ ਵਿੱਚ ਜਾਣਾ ਹੈ। ਤਾਂ ਕਹਿੰਦੇ ਹਨ ਕਿ ਸਤਿਗੁਰੂ ਜੀ ਨੇ ਉਸ ਵਕਤ ਭਾਈ ਲਹਿਣਾ ਜੀ ਦੀ ਘੋੜੀ ਦੀਆਂ ਵਾਗਾਂ ਫੜ ਕੇ ਕਹਿੰਦੇ, ਆ ਭਾਈ ਮੈਂ ਤੈਨੂੰ ਉਹਨਾਂ ਦੇ ਦਰਬਾਰ ਵਿੱਚ ਛੱਡ ਦਿੰਦਾ ਹਾਂ। ਤਾਂ ਉੱਥੇ ਕਹਿੰਦੇ ਜਦੋਂ ਕਹਿਣ ਲੱਗੇ ਭਾਈ ਆ ਇੱਥੇ ਘੋੜੀ ਬੰਨ੍ਹਦੇ ਦਰਖਤ ਦੇ ਨਾਲ ਹੱਥ ਮੂੰਹ ਧੋ ਕਰਕੇ ਉਹ ਫਲਾਣੇ ਕਮਰੇ 'ਚ ਚਲੇ ਜਾ, ਉੱਥੇ ਤੈਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਮਿਲ ਜਾਣਗੇ। ਜਦੋਂ ਉੱਥੇ ਬਿਰਾਜਮਾਨ ਜਿਹੜੇ ਮਹਾਂਪੁਰਖ ਦੇਖੇ, ਕਹਿੰਦੇ ਕਿ ਭਾਈ ਲਹਿਣਾ ਜੀਆਂ ਦੀਆਂ ਅੱਖਾਂ ਵਿੱਚੋਂ ਜਲ ਆ ਗਿਆ। ਨਿਮਰਤਾ ਸਹਿ ਸਤਿਗੁਰਾਂ ਦੇ ਚਰਨਾਂ 'ਤੇ ਸੀਸ ਰੱਖ ਕੇ ਆਪਣੀ ਭੁੱਲ ਬਖਸ਼ਾਉਣ ਵਾਸਤੇ ਕਹਿੰਦੇ ਹਨ ਕਿ ਮਹਾਰਾਜ, ਕਿ ਅਗਰ ਆਪ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹੋ ਤਾਂ ਤੁਸੀਂ ਮੇਰੇ ਅੱਗੇ ਚੱਲ ਕੇ ਪੈਦਲ ਆਏ, ਮੈਂ ਘੋੜੀ 'ਤੇ ਸਵਾਰ ਹੋ ਕੇ ਆਇਆ, ਮੈਂ ਤਾਂ ਆਪਣੀਆਂ ਭੁੱਲਾਂ ਬਖਸ਼ਾਉਣ ਵਾਸਤੇ ਆਇਆ ਸਾਂ। ਪਰ ਸਤਿਗੁਰੂ ਜੀ ਮੈਂ ਤਾਂ ਹੋਰ ਡੂਢਾ ਅਪਰਾਧ ਕਰ ਲਿਆ ਹੈ, ਦੁੱਗਣਾ ਪਾਪ ਆਪਣੇ ਸਿਰ 'ਤੇ ਮੜ ਲਿਆ ਹੈ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਨਹੀਂ, ਜਿਹੜੇ ਕਹਿੰਦੇ ਲੈਣ ਵਾਲੇ ਹੁੰਦੇ ਹਨ ਉਹ ਹਮੇਸ਼ਾ ਘੋੜੀ 'ਤੇ ਚੜ੍ਹ ਕੇ ਆਉਂਦੇ ਹਨ, ਅਤੇ ਜਿਹੜੇ ਦੇਣਦਾਰ ਹੁੰਦੇ ਹਨ ਕਹਿੰਦੇ ਉਹ ਭਾਈ ਪੈਦਲ ਤੁਰ ਕੇ ਆਉਂਦੇ ਹਨ, ਕੋਈ ਨਾ ਪੁਰਖਾ ਕਰਤਾਰ ਭਲੀ ਕਰੇਗਾ। ਸੋ ਇਸ ਤਰੀਕੇ ਨਾਲ ਜਦੋਂ ਪਹਿਲੀ ਵਾਰ ਭਾਈ ਲਹਿਣਾ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ, ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ, ਸਤਿਗੁਰ ਆਇਓ ਸਰਣ ਤੁਹਾਰੀ। ਇੱਥੋਂ ਆ ਕੇ ਭਾਈ ਸਾਨੂੰ ਪ੍ਰਾਪਤੀ ਕਿਸ ਚੀਜ਼ ਦੀ ਹੁੰਦੀ ਹੈ? ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਭਰਿਆ ਤੋ ਦੁਆਰੀ। ਲੇਖਾ ਛੋੜ ਅਲੇਖੈ ਛੂਟੈ, ਹਮ ਨਿਰਗੁਣ ਲੇਹੋ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਕਰਤ ਉਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹੋ ਬਾਰੀ। ਸੋ ਸਾਨੂੰ ਸਤਿਗੁਰਾਂ ਦੇ ਜੀਵਨ ਬਰਤਾਂਤ ਤੋਂ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਤੋਂ ਸੇਧ ਲੈਣ ਦੀ ਲੋੜ ਹੈ। ਸੋ ਇਸ ਤਰੀਕੇ ਨਾਲ ਜਦੋਂ ਭਾਈ ਲਹਿਣਾ ਜੀ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ ਹੋ ਗਏ, ਸੰਗਤ ਕਰਦਾ ਹੈ, ਹੁਣ ਅੱਗੇ ਜਾਣ ਦੀ ਮਨ ਵਿੱਚ ਕੋਈ ਚਾਹਨਾ ਨਹੀਂ, ਕਿਉਂਕਿ ਪੂਰਾ ਸਤਿਗੁਰ ਮਿਲ ਚੁੱਕਾ ਹੈ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਸੋ ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਰਹਿ ਕਰਕੇ ਆਪਣੇ ਗੁਰੂ ਇਸ਼ਟ ਦੀ ਵਡਿਆਈ ਕਰਦੇ ਹਨ। ਭਾਈ ਜੀ ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ।
गुर जैसा नाही को देव, गुर जैसा नाही को देव। जिस मस्तक भाग सो लागा सेव, मस्तक भाग सो लागा सेव। जिस मस्तक भाग सो लागा सेव, मस्तक भाग सो लागा सेव। जी गुर जैसा नाही को देव, गुर जैसा नाही को देव। बलिहारी गुर अपने दियोहाड़ी सदवार, जिन मानस ते देवते कीए करत ना लागी वार। ਸੋ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਕੁਝ ਸਮਾਂ ਭਾਈ ਲਹਿਣਾ ਜੀ ਬਤੀਤ ਕਰਦੇ ਹਨ। ਤਾਂ ਕੁਝ ਸਮਾਂ ਰੁਕਣ ਤੋਂ ਬਾਅਦ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਕਿ ਭਾਈ ਪੁਰਖਾ, ਤੂੰ ਆਪਣੇ ਘਰ ਵੀ ਚੱਕਰ ਮਾਰ ਕੇ ਆ। ਦੁਨੀਆ ਦੇ ਧੰਦੇ ਧੰਦਾਰ ਹਨ, ਘਰ ਪਰਿਵਾਰ ਦੇ ਕੋਈ ਕਾਰਜ ਹੁੰਦੇ ਹਨ, ਤੂੰ ਆਪਣੇ ਗ੍ਰਹਿ ਵਿਖੇ ਚੱਕਰ ਮਾਰ ਕੇ ਆ। ਹੁਣ ਕਹਿੰਦੇ ਜਦੋਂ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਜਦੋਂ ਸਤਿਗੁਰਾਂ ਦੇ ਚਰਨਾਂ ਦਾ ਇਤਨਾ ਪਿਆਰ ਭਾਈ ਲਹਿਣਾ ਜੀ ਨੂੰ ਪ੍ਰਾਪਤ ਹੁੰਦਾ ਹੈ, ਜਾਣ ਨੂੰ ਜੀ ਤਾਂ ਨਹੀਂ ਕਰਦਾ, ਪਰ ਸਤਿਗੁਰਾਂ ਦਾ ਹੁਕਮ ਵੀ ਸਿਰ ਮੱਥੇ ਮੰਨਣ ਨੂੰ ਸਤਿਗੁਰ ਜੀ ਤਿਆਰ ਹਨ। ਸੋ ਇਸੇ ਤਰੀਕੇ ਨਾਲ ਆਪਣੇ ਘਰ ਪਰਿਵਾਰ ਜਦੋਂ ਚੱਕਰ ਲਾਉਣ ਵਾਸਤੇ ਭਾਈ ਲਹਿਣਾ ਜੀ ਜਾਂਦੇ ਹਨ, ਤਾਂ ਹੁਣ ਕਹਿੰਦੇ ਕੁਝ ਸਮੇਂ ਬਾਅਦ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕਰਤਾਰਪੁਰ ਸਾਹਿਬ ਦੀ ਪਾਵਨ ਪਿੱਤਰ ਧਰਤੀ 'ਤੇ ਵਿਸ਼ਰਾਮ ਕਰਨਾ ਆਰੰਭ ਕੀਤਾ, ਭਾਵ ਆਪਣਾ ਪੱਕਾ ਟਿਕਾਣਾ ਬਣਾ ਲਿਆ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਦੇ ਵਿੱਚ ਸਾਨੂੰ ਇਸ ਗੱਲ ਦਾ ਗਿਆਨ ਬਖਸ਼ਿਸ਼ ਕਰਦੇ ਹਨ ਕਿ ਜਾਰਤ ਉਤਾਰ ਮੁਲਤਾਨ ਦੀ, ਫਿਰ ਕਰਤਾਰ ਉਪਰੈ ਨੂੰ ਆਇਆ। ਕਿ ਜਿਹੜੇ ਮੁਲਤਾਨ ਦੇ ਵੱਡੇ ਵੱਡੇ ਔਲੀਏ ਕਾਜੀ ਮੁੱਲਾ ਮੁਲਾਣੇ ਸਨ, ਉਹਨਾਂ ਦੀ ਜਾਰਤ ਕੀਏ ਮਨ ਦੇ ਸ਼ੰਕੇ ਮਨ ਦੇ ਭਰਮ ਦੂਰ ਕਰਕੇ ਜਗਤ ਜਲੰਦੇ ਦੀ ਸਾਰ ਕਰਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਕਰਤਾਰਪੁਰ ਸਾਹਿਬ ਵਿਖੇ ਆਣ ਡੇਰਾ ਲਾਇਆ। ਚੜ੍ਹੈ ਸਵਾਈ ਦੇਹ ਦੀਹੀ ਕਲ ਯੁਗ ਨਾਨਕ ਨਾਮ ਜਪਾਇਆ। ਕਹਿੰਦੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੀ ਸ਼ੋਭਾ ਵਡਿਆਈ ਦਿਨ ਦੁਗਣੀ ਰਾਤ ਚੌਗੁਣੀ ਸਤਿਗੁਰੂ ਜੀ ਦੀ ਜੈ ਜੈਕਾਰ ਦੁਨੀਆ ਦੇ ਕੋਨੇ ਕੋਨੇ ਵਿੱਚ ਹੋਣੀ ਆਰੰਭ ਹੋ ਜਾਂਦੀ ਹੈ। ਚੜ੍ਹੈ ਸਵਾਈ ਦੇਹ ਦੀਹੀ ਕਲ ਯੁਗ ਨਾਨਕ ਨਾਮ ਜਪਾਇਆ, ਕਿਉਂਕਿ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਕਲਯੁਗ ਦੇ ਸਮੇਂ ਦੇ ਵਿੱਚ ਪਰਮਾਤਮਾ ਵਾਹਿਗੁਰੂ ਦੇ ਨਾਮ ਦੀ ਵਡਿਆਈ ਅੰਕਿਤ ਕੀਤੀ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗਾਹ ਪਤ ਸਿਉ ਜਾਏਂਦਾ। ਸੋ ਭਾਈ ਗੁਰਦਾਸ ਸਾਹਿਬ ਜੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਭਾਈ
ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਸਾਹਿਬ ਵਿਖੋਂ ਆਪਣੀ ਵਸੋਂ ਕਰਦੇ ਹਨ। ਆਪਣਾ ਪੱਕਾ ਟਿਕਾਣਾ ਕਰਤਾਰਪੁਰ ਸਾਹਿਬ ਬਣਾ ਲਿਆ ਰਾਵੀ ਦੇ ਕੰਢੇ 'ਤੇ। ਹੁਣ ਇੱਧਰੋਂ ਭਾਈ ਲਹਿਣਾ ਜੀ ਦੇ ਮਨ ਵਿੱਚ ਤਾਂਘ ਹੈ ਕਿ ਮੈਂ ਕਦੋਂ ਆਪਣੇ ਗੁਰੂ ਦੇ ਦਰਸ਼ਨ ਦੀਦਾਰ ਕਰਾਂ, ਕਿਉਂਕਿ ਇੱਥੇ ਸੰਗਤ ਜੀ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਕਿ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਮਨੁੱਖ ਜਿੰਨੇ ਮਰਜ਼ੀ ਕਰਮ ਧਰਮ ਪਾਖੰਡ ਜੋ ਦੀਸੈ ਤਿਸ ਜਮ ਜਾਗਾਤੀ ਲੂਟੈ ਦੇ ਮਹਾਵਾਕ ਅਨੁਸਾਰ ਮਨੁੱਖ ਜਿਤਨੇ ਮਰਜ਼ੀ ਪਾਪੜ ਵੇਲੇ, ਪਰ ਗੁਰੂ ਦੀ ਸ਼ਰਨ ਸਾਨੂੰ ਆਉਣਾ ਹੀ ਪਵੇਗਾ। ਸੋ ਇਸੇ ਕਰਕੇ ਹੁਣ ਭਾਈ ਲਹਿਣਾ ਜੀ ਦਾ ਜਿਹੜਾ ਜਵਾਲਾਮੁਖੀ ਦੇ ਹਰੇਕ ਸਾਲ ਚਾਲਾ ਲੈ ਕੇ ਜਾਣਾ, ਸੰਗ ਲੈ ਕੇ ਜਾਣਾ, ਉਹਦਾ ਖਿਆਲ ਤਾਂ ਮਨ ਵਿੱਚੋਂ ਨਿਕਲ ਗਿਆ, ਕਿਉਂਕਿ ਉਹਨਾਂ ਦੇ ਮਨ ਦੀ ਸ਼ਾਂਤੀ ਦੀ ਪੂਰਤੀ ਹੁਣ ਕੇਵਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਪਿੱਤਰ ਦਰ ਤੋਂ ਹੋਣੀ ਸ਼ੁਰੂ ਹੋ ਗਈ ਹੈ। ਸੋ ਇਸੇ ਪ੍ਰਥਾਏ ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ। ਹੁਣ ਭਾਈ ਲਹਿਣਾ ਜੀ ਨੇ ਆਪਣਾ ਮਨ ਵੇਚ ਦਿੱਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੋ ਗੁਰੂ ਪਿਆਰੀ ਸੰਗਤ ਜੀ, ਅੱਜ ਆਪਾਂ ਆਪਣੇ ਕੰਮ ਕਾਰਜ ਸਿਰੇ ਚਾੜਨ ਵਾਸਤੇ ਅਨੇਕ ਤਰ੍ਹਾਂ ਦੇ ਪਾਪੜ ਵੇਲਦੇ ਹਾਂ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸੌਖਾ ਜਿਹਾ ਤਰੀਕਾ ਦੱਸਦੇ ਹਨ ਕਿ ਭਾਈ ਹੇ ਮਨੁੱਖ, ਹੇ ਜੀਵ, ਤੂੰ ਅਗਰ ਆਪਣੀ ਜ਼ਿੰਦਗੀ ਦਾ ਕੋਈ ਕਾਰਜ ਸਵਾਰਨਾ ਚਾਹੁੰਦਾ ਹੈ ਤਾਂ ਤੂੰ ਆਹ ਕੰਮ ਕਰਿਆ ਕਰਕੇ ਮਨ ਵੇਚੈ ਸਤਿਗੁਰ ਕੈ ਪਾਸ। ਸਾਰੇ ਪਵਾੜੇ ਭਾਈ ਸਾਡੇ ਮਨ ਦੇ ਹਨ। ਕਈ ਵਾਰ ਮਨੁੱਖ ਦੇ ਮਨ ਵਿੱਚ ਹੈ ਕਿ ਮੈਂ ਇੱਥੇ ਮੱਥਾ ਨਾ ਟੇਕਿਆ, ਪਤਾ ਨਹੀਂ ਗੱਲ ਬਣੇਗੀ ਕਿ ਨਾ, ਅਗਰ ਮੈਂ ਫਲਾਣੀ ਜਗ੍ਹਾ ਤੇਲ ਚੜਾਇਆ ਗੱਲ ਬਣੇਗੀ ਕਿ ਨਾ। ਦੋ ਚਿੱਤੀ ਹੈ ਨਾ, ਦੋ ਚਿੱਤੀ ਦੇ ਵਿੱਚ ਲੱਗ ਕਰਕੇ ਭਾਈ ਲਹਿਣਾ ਜੀ ਬਾਬਾ ਫੇਰੂ ਮੱਲ ਜੀ ਦਾ ਜਿਹੜਾ ਜਨਮ ਸੀ, ਉਹਨਾਂ ਦਾ ਜੀਵਨ ਜਿਹੜਾ ਬਤੀਤ ਹੋਇਆ, ਉਹ ਜਿਵੇਂ ਸਿਆਣੇ ਕਹਿੰਦੇ ਹਨ ਕਿ ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ। ਸੋ ਕਹਿਣ ਤੋਂ ਭਾਵ ਜਦੋਂ ਵੀ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਆਪਣੀ ਪਾਵਨ ਪਿੱਤਰ ਗੁਰਬਾਣੀ ਵਿੱਚ ਉਪਦੇਸ਼ ਬਖਸ਼ਿਸ਼ ਕਰ ਦਿੱਤਾ ਕਿ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਸੋ ਭਾਈ ਗੁਰਸਿੱਖ ਦਾ ਉਧਾਰ, ਇਹਦੀ ਮੁਕਤੀ ਕਹਿ ਲਵੋ ਤਦੇ ਹੈ ਕਿ ਜਦੋਂ ਆਪਣੇ ਗੁਰੂ ਨੂੰ ਪੂਰਨ ਤੌਰ 'ਤੇ ਸਮਰਪਣ ਹੋ ਜਾਵੇ। ਸੋ ਜਿਵੇਂ ਭਾਈ ਲਹਿਣਾ ਜੀ ਨੇ ਆਪਣਾ ਜੀਵਨ ਸਮਰਪਣ ਕੀਤਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ। ਸੋ ਦੂਜੀ ਵਾਰ ਜਦੋਂ ਬਾਬਾ ਲਹਿਣਾ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਏ, ਕਹਿੰਦੇ ਆਪਣੀ ਜਥਾ ਸ਼ਕਤ ਇੱਕ ਲੂਣ ਦੀ ਪੰਡ ਲੈ ਕਰਕੇ ਆਪਣੇ ਘਰੋਂ ਤੁਰ ਪਏ ਹਨ। ਅਤੇ ਜਦੋਂ ਕਰਤਾਰਪੁਰ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪਾਵਨ ਪਿੱਤਰ ਸਥਾਨ 'ਤੇ ਪਹੁੰਚੇ ਤਾਂ ਮਾਤਾ ਸੁਲੱਖਣੀ ਜੀ ਨੂੰ ਕਿਹਾ ਕਿ ਮਾਤਾ ਜੀ ਸਤਿਗੁਰੂ ਜੀ ਕਿੱਥੇ ਹਨ। ਮਾਤਾ ਸੁਲੱਖਣ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਧਰਮ ਪਤਨੀ ਕਹਿਣ ਲੱਗੀ, ਭਾਈ ਕਿ ਅੱਜ ਕੱਲ੍ਹ ਦਾ ਸਮਾਂ ਸੀ, ਚੌਲਾਂ ਦੀ ਫਸਲ ਭਾਵ ਝੋਨੇ ਦੀ ਫਸਲ ਉਸ ਵੇਲੇ ਤਿਆਰ ਹੋ ਰਹੀ ਸੀ। ਕਹਿੰਦੇ ਭਾਈ ਉਹ ਕਾਮਿਆਂ ਦੇ ਕੋਲੋਂ ਨਾਲੇ ਤਾਂ ਫਸਲ ਵਿੱਚੋਂ ਨਦੀਨ ਕੱਢਦੇ ਹਨ, ਫਸਲ ਦੀ ਦੇਖਭਾਲ ਭਾਵ ਖੇਤਾਂ ਵਿੱਚ ਕੰਮ ਕਰਨ ਗਏ ਹੋਏ ਹਨ। ਸੁਣ ਭਾਈ ਲਹਿਣਾ ਜੀ ਨੇ ਜਲ ਪਾਣੀ ਵੀ ਨਹੀਂ ਛਕਿਆ, ਕਿਉਂਕਿ ਉਹ ਤਾਂਗ ਸੀ ਆਪਣੇ ਗੁਰੂ ਦੇ ਦਰਸ਼ਨ ਦੀਦਾਰ ਕਰਨੇ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੈ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਇਹ ਤਾਂਗ ਲੈ ਕੇ ਭਾਈ ਲਹਿਣਾ ਜੀ ਆਪਣੇ ਘਰ ਤੋਂ ਤੁਰੇ ਸਨ। ਸੋ ਹੁਣ ਪੈਂਡਾ ਤੈਅ ਕਰਦੇ ਸਤਿਗੁਰਾਂ ਦੇ ਕੋਲ ਪਹੁੰਚ ਜਾਂਦੇ ਹਨ, ਜਿੱਥੇ ਸਤਿਗੁਰੂ ਜੀ ਝੋਨੇ ਦੀ ਫਸਲ ਦੇ ਵਿੱਚੋਂ ਨਦੀਨ ਕਢਵਾ ਰਹੇ ਹਨ। ਸੋ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਿਹੜਾ ਇੱਕ ਬਰਤਨ ਤਿਆਰ ਕਰਨਾ ਹੈ ਭਾਈ ਲਹਿਣਾ ਜੀ ਦਾ, ਉਹਦੀ ਪਰਖ ਕਰਨੀ ਆਰੰਭ ਕਰ ਦੇਣੀ ਹੈ। ਕਿ ਕਹਿੰਦੇ ਸਤਿਗੁਰੂ ਜੀ ਨਦੀਨ ਕੱਢਦੇ ਕੱਢਦੇ ਹੁਣ ਭਾਈ ਲਹਿਣਾ ਜੀ ਖੜ੍ਹੇ ਹਨ ਬਾਹਰ ਬੰਨੇ 'ਤੇ ਵੱਟ 'ਤੇ,
ਉਹ ਸਤਿਗੁਰਾਂ ਕਨੀ ਦੇਖੀ ਜਾ ਰਹੇ ਹਨ। ਜਦੋਂ ਅਸੀਂ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਭਿੰਦਰਪਾਲ ਸਿੰਘ ਜੀ ਉਹਨਾਂ ਦੀ ਕਥਾ ਵਾਰਤਾ ਸੁਣੀਏ, ਉਹ ਕਹਿੰਦੇ ਹਨ ਕਿ ਬਾਬਾ ਲਹਿਣਾ ਜੀ ਵੀ ਸਤਿਗੁਰਾਂ ਵੱਲ ਦੇਖ ਕਰਕੇ ਆਪਣੇ ਆਪ ਨੂੰ ਸੇਵਾਦਾਰ ਅਖਵਾਉਣ ਵਾਸਤੇ ਉਹਨਾਂ ਨੇ ਨਦੀਨ ਕੱਢਣ ਦੀ ਥਾਂ ਝੋਨੇ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ, ਕਿਉਂਕਿ ਜਿਹੜਾ ਚੌਲਾਂ ਦੇ ਵਿੱਚ ਝੋਨੇ ਵਿੱਚ ਨਦੀਨ ਹੁੰਦਾ ਹੈ ਤਕਰੀਬਨ 1 ਸਾਰ ਦਾ ਪ੍ਰਤੀਤ ਹੁੰਦਾ ਹੈ। ਜਿਹਨੂੰ ਨਹੀਂ ਪਤਾ ਉਹ ਇਹ ਗਲਤੀ ਕਰਦਾ ਹੈ। ਹੁਣ ਬਾਬਾ ਲਹਿਣਾ ਜੀ ਨਦੀਨ ਦੀ ਥਾਂ ਝੋਨੇ ਨੂੰ ਪੱਟੀ ਜਾਣ ਲੱਗ ਪਏ ਹਨ। ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਦੇਖਿਆ ਕਿ ਪੁਰਖਾ ਇਹ ਕੀ ਕਰਦਾ ਹੈ। ਤਾਂ ਕਹਿੰਦੇ ਬਾਬਾ ਲਹਿਣਾ ਜੀ ਕਹਿੰਦੇ ਜੀ ਕਿ ਮੈਂ ਵੀ ਨਦੀਨ ਪੁੱਟ ਰਿਹਾ ਹਾਂ। ਉੱਥੇ ਗਿਆਨੀ ਜੀ ਕਹਿੰਦੇ ਹਨ ਕਿ ਸਤਿਗੁਰੂ ਜੀ ਨੇ ਇੱਕ ਰਮਜ ਮਾਰੀ, ਨਹੀਂ ਪੁਰਖਾ ਤੈਨੂੰ ਪੁੱਟਣ ਵਾਸਤੇ ਨਹੀਂ, ਤੈਨੂੰ ਤਾਂ ਲਾਉਣ ਵਾਸਤੇ ਲਿਆਂਦਾ ਹੈ। ਭਾਵ ਕਿ ਦੁਨੀਆ ਦੇ ਵਿੱਚ ਤੈਨੂੰ ਅਸੀਂ ਇਸ ਗੁਰਤਾ ਗੱਦੀ 'ਤੇ ਵਿਰਾਜਮਾਨ ਕਰਨ ਵਾਸਤੇ, ਭਾਵ ਟੁੱਟਿਆਂ ਹੋਇਆਂ ਲੋਕਾਂ ਨੂੰ ਪ੍ਰਮਾਤਮਾ ਦੇ ਨਾਲ ਜੋੜਨ ਵਾਸਤੇ ਤੈਨੂੰ ਤਿਆਰ ਕਰਨਾ ਹੈ। ਸੋ ਇਸੇ ਤਰੀਕੇ ਨਾਲ ਕਹਿੰਦੇ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇੱਕ ਨਦੀਨ ਦੀ ਜਿਹੜੇ ਕੱਖ ਕੱਢੇ ਸਨ ਉਹਨਾਂ ਦੀ ਪੰਡ ਬਣਾ ਕੇ ਬਾਬਾ ਲਹਿਣਾ ਜੀ ਨੂੰ ਕਿਹਾ ਕਿ ਇਹਨਾਂ ਨੂੰ ਪਸ਼ੂਆਂ ਵਾਸਤੇ ਘਰ ਨੂੰ ਲੈ ਚੱਲੋ। ਹੁਣ ਉਹ ਜਿਹੜਾ ਨਦੀਨ ਕੱਢਿਆ ਸੀ, ਚਿੱਕੜ ਗਾਰੇ ਦੇ ਛਿੱਟੇ, ਭਾਈ ਲਹਿਣਾ ਜੀ ਦਾ ਰੇਸ਼ਮੀ ਸੋਹਣੇ ਵਸਤਰ ਸਨ, ਉਹਨਾਂ ਦੇ ਸਾਰੇ ਦਿਲ ਵਸਤਰ ਲਿਬੜ ਜਾਂਦੇ ਹਨ। ਜਦੋਂ ਘਰੇ ਗਏ ਤਾਂ ਮਾਤਾ ਸੁਲੱਖਣੀ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਿਹਾ ਕਿ ਮਹਾਰਾਜ ਆ ਲੜਕਾ ਭਾਈ ਲਹਿਣਾ ਇੰਨੇ ਸੋਹਣੇ ਸਾਫ਼ ਵਸਤਰ ਪਾ ਕਰਕੇ ਆਇਆ, ਸਾਰੇ ਵਸਤਰ ਇਹਦੇ ਚਿੱਕੜ ਗਾਰੇ ਦੇ ਨਾਲ ਲਿਬੜ ਗਏ ਹਨ। ਤੁਹਾਡੇ ਕੋਲ ਹੋਰ ਕਿਤਨੇ ਕਾਮੇ ਸੇਵਾਦਾਰ ਸਨ, ਉਹਨਾਂ ਨੂੰ ਤੁਸੀਂ ਪੰਡ ਚੁਕਾ ਦਿੰਦੇ। ਪਰ ਕਹਿੰਦੇ ਸਤਿਗੁਰੂ ਜੀ ਨੇ ਇੱਥੇ ਵੀ ਇੱਕ ਰਮਜ ਮਾਰੀ। ਕਹਿੰਦੇ ਸੁਲੱਖਣੀ ਜੀ ਇਹ ਪੰਡ ਚੁੱਕਣ ਵਾਸਤੇ ਕੇਵਲ ਇਹੀ ਬੰਦਾ ਤਿਆਰ ਹੋਇਆ ਕਿ ਜੋ ਇਹਨੇ ਪੰਡ ਚੁੱਕਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜਾ ਅੱਜ ਆਪਾਂ ਸਤਿਗੁਰਾਂ ਦਾ ਦਿਹਾੜਾ ਮਨਾ ਰਹੇ ਹਾਂ ਗੁਰਤਾ ਗੱਦੀ ਦਾ, ਇਹਦੇ ਵੱਲ ਇਸ਼ਾਰਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਕਹਿਣ ਲੱਗੇ ਕਿ ਸੁਲੱਖਣੀ ਜੀ ਇਹ ਪੰਡ ਨੂੰ ਚੁੱਕਣ ਵਾਸਤੇ ਕੇਵਲ ਇਹ ਭਾਈ ਲਹਿਣਾ ਹੀ ਤਿਆਰ ਹੈ, ਇਹ ਤੋਂ ਬਿਨਾਂ ਕੋਈ ਹੋਰ ਪੰਡ ਨਹੀਂ ਸੀ ਚੁੱਕ ਸਕਦਾ। ਸੋ ਸਤਿਗੁਰੂ ਜੀ ਨੇ ਦੂਜੀ ਰਮਜ ਸਮਝਾਈ। ਕਹਿਣ ਲੱਗੇ ਕਿ ਮਾਤਾ ਸੁਲੱਖਣੀ ਜੀ ਜਿਹੜਾ ਤੁਸੀਂ ਇਹ ਗਾਰਾ ਜਾਂ ਚਿੱਕੜ ਇਹਨਾਂ ਦੇ ਵਸਤਰਾਂ 'ਤੇ ਦੇਖ ਰਹੇ ਹੋ, ਇਹ ਤਾਂ ਅਤਰ ਫਲੇਲਾ ਨੇ। ਇਹਦੀ ਖੁਸ਼ਬੋਈ ਤਾਂ ਲੈਣ ਦੁਨੀਆ ਤੋਂ ਕੋਨੇ-ਕੋਨੇ ਤੋਂ ਸੰਗਤ ਆਇਆ ਕਰੇਗੀ। ਭਾਵ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਹ ਰਮਜਾਂ ਦੱਸਣੀਆਂ ਕੀਤੀਆਂ ਕਿ ਜਿਹੜਾ ਆਪਾਂ ਸਤਿਗੁਰੂ ਜੀ ਦਾ ਪਾਵਨ ਪਿੱਤਰ ਜਿਹੜਾ ਦਿਹਾੜਾ ਮਨਾ ਰਹੇ ਹਾਂ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਦਾ। ਸੋ ਇਸ ਤਰੀਕੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਭਾਈ ਲਹਿਣਾ ਜੀ ਦਾ ਜਿਹੜਾ ਸਰੀਰਕ ਢਾਂਚਾ ਸੀ ਉਹਨੂੰ ਇੱਕ ਨਵੇਂ ਸੰਚੇ ਵਿੱਚ ਢਾਲਣਾ ਆਰੰਭ ਕਰ ਦਿੱਤਾ ਹੈ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਬਾਬਾ ਲਹਿਣੇ ਜੀ 'ਤੇ ਕਿਰਪਾ ਕਰਕੇ ਜਿਹੜੀ ਸਤਿਗੁਰੂ ਜੀ ਨੂੰ ਦਾਤ ਅਰਪਣ ਕਰਨੀ ਹੈ, ਬਖਸ਼ਿਸ਼ ਕਰਨੀ ਹੈ, ਇਹਦੀ ਬਾਬਤ ਭਾਈ ਸਿੱਖ ਕੌਮ ਦੇ ਮਹਾਨ ਵਿਦਵਾਨ ਬਹੁਤ ਸਾਨੂੰ ਜਿਹੜੀਆਂ ਇਤਿਹਾਸਕ ਘਟਨਾਵਾਂ ਹਨ ਦੱਸਦੇ ਹਨ ਕਿ ਜਿਹੜਾ ਵੀ ਪਰਚਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬਾਬਾ ਲਹਿਣਾ ਜੀ 'ਤੇ ਪਾਇਆ ਉਹ 'ਤੇ ਪੂਰੇ ਉਤਰੇ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਆਪਣਾ ਸਾਰਾ ਜੀਵਨ ਸਮਰਪਣ ਕਰ ਦਿੱਤਾ। ਇੱਥੋਂ ਤੱਕ ਜਦੋਂ ਕਹਿੰਦੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਬਾਬਾ ਲਹਿਣਾ ਜੀ ਤੁਰਦੇ ਸਨ ਕਿ ਅਗਰ ਉਹਨਾਂ ਦਾ ਹੱਥ ਜੇ ਸਤਿਗੁਰਾਂ ਤੋਂ ਅੱਗੇ ਨਿਕਲ ਜਾਂਦਾ ਸੀ ਤਾਂ ਉਹ ਆਪਣੇ ਹੱਥ ਨੂੰ ਵੀ ਕੋਸਦੇ ਸਨ ਕਿ ਤੂੰ ਗੁਰੂ ਦੀ ਅਵਗਿਆ ਕੀਤੀ ਹੈ। ਸੋ ਰਹੋ ਵਿਚਾਰ ਭਾਈ ਸਮਾਂ ਸਮਾਪਤੀ 'ਤੇ ਹੈ, ਜਿੱਥੇ ਅੱਜ ਆਪਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਗੁਰਤਾ ਗੱਦੀ ਦਾ ਇਹ ਸਮਾਗਮ ਮਨਾ ਰਹੇ ਹਾਂ। ਉੱਥੇ ਨਾਲ ਹੀ ਅੱਜ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਉਹਨਾਂ ਦਾ ਵੀ ਗੁਰਤਾ ਗੱਦੀ ਦਿਵਸ ਹੈ ਭਾਈ। ਸੋ ਸਤਿਗੁਰੂ ਜੀ ਨੇ ਅਪਾਰ ਮਹਾਨ ਬਖਸ਼ਿਸ਼ ਕੀਤੀ ਹੈ ਜੋ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਪਾਵਨ ਪਿੱਤਰ ਗੁਰਬਾਣੀ
1539 2 ਸਤੰਬਰ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕਹਿੰਦੇ ਅਨੇਕ ਪਰਚੇ ਪਾਏ ਬਾਬਾ ਲਹਿਣਾ ਜੀ, ਤੇ ਅਖੀਰਲਾ ਪਰਚਾ ਕੀ ਸੀ ਕਿ ਇੱਕ ਸਾਂਸੀਆਂ ਵਾਲਾ ਸਤਿਗੁਰੂ ਜੀ ਨੇ ਇੱਕ ਭਿਆਨਕ ਰੂਪ ਅਖਤਿਆਰ ਕੀਤਾ ਕਿ ਆਪਣੇ ਲੱਕ ਨੂੰ ਸੰਗਲੀਆਂ ਬੰਨੀਆਂ, 5-7 ਕੁੱਤੇ ਰੱਖ ਲਏ, ਮੋਟਾ ਸੋਟਾ ਰੱਖ ਲਿਆ। ਜਿਹੜਾ ਸਤਿਗੁਰਾਂ ਦੇ ਨੇੜੇ ਆਵੇ ਉਹਨਾਂ ਨੂੰ ਘੂਰ ਕੇ ਸੋਟੇ ਨਾਲ ਡਰਾ ਕੇ ਭਜਾ ਦਿਆ ਕਰਦੇ ਸਨ। ਅਖੀਰ ਵਿੱਚ ਕਹਿੰਦੇ ਕਿ ਇੱਕ ਬਾਬਾ ਬੁੱਢਾ ਸਾਹਿਬ ਉਹਨਾਂ ਦੇ ਨਾਲ ਵਾਰਤਾਲਾਪ ਹੋਈ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਕਿ ਬੁੱਢਿਆ ਤੇਰੇ ਤੋਂ ਓਲੇ ਕਦੇ ਨਾ ਹੋਸਾਂ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਅਖੀਰ ਤੱਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਹੁਕਮ ਵਿੱਚ ਚੱਲ ਕੇ ਆਪਣਾ ਸਾਰਾ ਜੀਵਨ ਬਤੀਤ ਕੀਤਾ। ਸੋ ਗੁਰੂ ਪਿਆਰੀ ਸੰਗਤ ਜੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਪਾਵਨ ਪਿੱਤਰ ਗੁਰਤਾ ਗੱਦੀ 'ਤੇ ਅੱਜ ਬਿਰਾਜਮਾਨ ਹੋਣ ਦੀਆਂ ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਗੁਰਤਾ ਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਗੁਰੂ ਘਰ ਵੱਲੋਂ ਲੱਖ ਲੱਖ ਮੁਬਾਰਕਾਂ। ਸੋ ਆਪਾਂ ਨੇ ਵਿਚਾਰ ਭਾਈ ਇਹੋ ਕਰਨੀ ਹੈ ਕਿ ਸਿੱਖ ਦਾ ਜੀਵਨ ਆਪਣੇ ਗੁਰੂ ਪ੍ਰਤੀ ਕੈਸਾ ਹੋਵੇ। ਉਹ ਹੈ ਭਾਈ ਲਹਿਣਾ ਜੀ ਤੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਜਿਹੜਾ ਜੀਵਨ ਹੈ ਭਾਈ, ਇਹ ਸਾਡੀ ਸੋਚ ਦੇ ਵਿੱਚ ਹੋਣਾ ਚਾਹੀਦਾ ਹੈ। ਜੋ ਸਤਿਗੁਰਾਂ ਨੇ ਗੁਰਬਾਣੀ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਉਹ 'ਤੇ ਚੱਲ ਕੇ ਆਪਣਾ ਜੀਵਨ ਜਿਹੜੀ ਜੁਗਤ ਹੈ ਉਹਨੂੰ ਉੱਚਾ ਚੁੱਕੀਏ। ਆਪਾਂ ਖੁਦ ਸਤਿਗੁਰਾਂ ਦੀ ਗੁਰਬਾਣੀ ਨੂੰ ਪੜ੍ਹੀਏ, ਗੁਰਬਾਣੀ ਨੂੰ ਵਿਚਾਰੀਏ, ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ। ਵੱਡੇ ਭਾਗ ਹਨ ਇਸ ਇਲਾਕੇ ਦੇ ਜੋ ਪ੍ਰਬੰਧਕ ਵੀਰਾਂ ਦੇ ਨਾਲ, ਸੰਗਤ ਦੇ ਸਹਿਯੋਗ ਦੇ ਨਾਲ ਤਕਰੀਬਨ ਇਹ ਮਹੀਨੇ ਜਾਂ 2 ਮਹੀਨੇ ਬਾਅਦ ਜਿਹੜਾ ਸਮਾਗਮ ਕਰਦੇ ਹੋ, ਇਹ ਭਾਈ ਲਾਗ ਹੈ, ਲੱਗੀ ਰਹੇਗੀ। ਜਿਵੇਂ ਬਾਗ ਨੂੰ ਸਿੰਚਣ ਵਾਸਤੇ ਮਾਲੀ ਕੁਝ ਨਾ ਕੁਝ ਉਹਦੇ ਵਿੱਚ ਕਰਦਾ ਰਹੇ, ਪਾਣੀ ਦੇਵੇ, ਬੂਟੀ ਆਦਿਕ ਉਹਨੂੰ ਦਵਾਈ ਦਿੰਦਾ ਰਹੇ, ਤਾਂ ਉਹ ਬਾਗ ਹਰਿਆ ਭਰਿਆ ਸੁਭਾਏਮਨ ਹੁੰਦਾ ਹੈ। ਇਸੇ ਤਰੀਕੇ ਨਾਲ ਸਾਡਾ ਕਲਯੁਗੀ ਜੀਵਾਂ ਦਾ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਦੇ ਮਹਾਵਾਕ ਅਨੁਸਾਰ ਭਾਈ ਆਪਾਂ ਉਪਰਾਲੇ ਕਰਦੇ ਰਹੀਏ, ਕਿਉਂਕਿ ਜਿਹੜਾ ਸਮਾਂ ਆਪਣੇ ਮੁਤਾਬਕ ਮਨੁੱਖ ਦੀ ਜਿਹੜੀ ਸੋਚ ਹੈ ਬਹੁਤ ਤੇਜ਼ੀ ਦੇ ਨਾਲ ਭਾਈ ਬਦਲ ਰਹੀ ਹੈ। ਸੋ ਇਸ ਕਰਕੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਿੱਤਰ ਗੁਰਬਾਣੀ ਧੁਰੇ ਦੇ ਨਾਲ ਜੁੜੇ ਰਹਿਣਗੇ, ਉਹਨਾਂ ਦਾ ਭਾਈ ਆਉਣ ਵਾਲੇ ਸਮੇਂ ਵਿੱਚ ਬਚਾਅ ਹੋਵੇਗਾ। ਸੋ ਆਪਾਂ ਆਪਣਾ ਆਪਾ ਆਪਣੀ ਮੈਂ ਮੇਰੀ ਤਿਆਗ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਣ ਹੋ ਕਰਕੇ ਆਪਣਾ ਜੀਵਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਲੇਖੇ ਵਿੱਚ ਲਾਉਣ ਦਾ ਯਤਨ ਕਰੀਏ ਭਾਈ। ਸੋ ਸਾਰੀਆਂ ਸੰਗਤਾਂ ਪੜ੍ਹੀਆਂ ਲਿਖੀਆਂ ਸੂਝਵਾਨ ਵਿਦਵਾਨ ਹੋ। ਸੋ ਗੁਰੂ ਦੀ ਗੁਰਬਾਣੀ ਦੀ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿੰਦ ਪਿਤਾ ਹਨ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ। ਅੱਗੋਂ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਸਤਿਗੁਰਾਂ ਦੇ ਚਰਨਾਂ ਵਿੱਚ ਬੈਠਣ ਦੀ ਅਕਲ ਆ ਜਾਵੇ, ਸੂਝ ਆ ਜਾਵੇ। ਸੋ ਸਾਰੀਆਂ ਸੰਗਤਾਂ ਨੂੰ ਦੁਬਾਰਾ ਫਿਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਗੁਰਤਾ ਗੱਦੀ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਭਾਈ। ਸਤਿਗੁਰੂ ਜੀ ਇਸੇ ਤਰੀਕੇ ਦੇ ਨਾਲ ਸਮੂਹ ਸੰਗਤਾਂ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਗੁਰਸਿੱਖੀ ਨਾਮ ਦੀਆਂ ਦਾਤਾਂ, ਬਾਣੀ ਦਾ ਪਿਆਰ ਆਪਣੇ ਦਰੋਂ ਘਰੋਂ ਬਖਸ਼ਿਸ਼ ਕਰਦੇ ਰਹਿਣ। ਸੋ ਆਓ ਸਾਰੀਆਂ ਸੰਗਤਾਂ ਆਨੰਦ ਸਾਹਿਬ ਦੇ ਵਿੱਚ ਉੱਚੀ ਬੋਲ ਕੇ ਸਾਥ ਦੇਣ ਦੀ ਕਿਰਪਾਲਤਾ ਕਰਨੀ ਜੀ। ਉਪਰੰਤ ਅਰਦਾਸ ਬੇਨਤੀ ਹੁਕਮਨਾਮਾ ਸਾਹਿਬ ਦੇ ਨਾਲ ਭਾਈ ਸਾਰੀ ਸਮਾਪਤੀ ਹੋ ਜਾਵੇਗੀ ਜੀ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤ ਕੀਏ, ਕਰਤ ਨ ਲਾਗੀ ਵਾਰ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ।
ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਸਾਚ ਨਾਮ ਯਾਦ, ਜਿਨ ਭੁਖਾ ਸਭ ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਬੁਝਾਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਤੁਰ ਕਰਮ ਪਾਇਆ। ਕਹੈ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕੀ ਫਤਿਹ।